ਜਿਵੇਂ ਹੀ ਦੁਪਹਿਰ ਦੇ ਸਮੇਂ ਇੱਕ ਖਬਰ ਆਉਂਦੀ ਆ ਕਿ ਦੀਪ ਸਿੱਧੂ ਨੂੰ ਅੱਜ ਜ਼ਮਾਨਤ ਦੇ ਉੱਤੇ ਰਿਹਾਈ ਮਿਲੇਗੀ ਤਾਂ ਨੌਜਵਾਨਾਂ ਦੇ ਵਿੱਚ ਵੱਡੀ ਖੁਸ਼ੀ ਦਾ ਇਜ਼ਹਾਰ ਹੁੰਦਾ ਵਾ। ਸਾਰੇ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਪੂਰੇ ਖੁਸ਼ ਹੁੰਦੇ ਨੇ ਤੇ ਇੱਥੋਂ ਤੱਕ ਕਿ ਨੌਜਵਾਨਾਂ ਨੇ ਆਪਣਾ ਆਪਣਾ ਪ੍ਰੋਗਰਾਮ ਵੀ ਬਣਾ ਲਿਆ। ਕੁਝ ਨੌਜਵਾਨਾਂ ਨੇ ਲੱਡੂ ਵੰਡਣ ਦਾ ਪ੍ਰੋਗਰਾਮ ਬਣਾ ਲਿਆ ਕਿ ਦੀਪ ਸਿੱਧੂ ਦੀ ਜ਼ਮਾਨਤ ਦੇ ਉੱਤੇ ਰਿਹਾਈ ਹੋਏਗੀ ਤਾਂ ਅਸੀਂ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾਵਾਂਗੇ, ਖੁਸ਼ੀ ਦਾ ਇਜ਼ਹਾਰ ਕਰਾਂਗੇ। ਪਰ ਨਾਲ ਹੀ ਉਸੇ ਸਮੇਂ ਹੀ ਇੱਕ ਹੋਰ ਖਬਰ ਆਉਂਦੀ ਆ ਕਿ ਦੀਪ ਸਿੱਧੂ ਦੀ ਰਿਹਾਈ ਨੂੰ ਫਿਰ ਰੋਕਿਆ ਜਾਂਦਾ ਵਾ। ਉਹਨਾਂ ਦੇ ਉੱਤੇ ਇੱਕ ਹੋਰ ਕੇਸ ਪਾ ਕੇ ਉਹਨਾਂ ਦੀ ਰਿਹਾਈ ਜਿਹੜੀ ਆ ਉਹਨਾਂ ਨੂੰ ਦੁਬਾਰਾ ਤੋਂ ਫਿਰ ਰੋਕਿਆ ਜਾਂਦਾ ਵਾ। ਉਹਨਾਂ ਦੀ ਜ਼ਮਾਨਤ ਨੂੰ ਦੁਬਾਰਾ ਫਿਰ ਕੈਂਸਲ ਕੀਤਾ ਜਾਂਦਾ। ਕੀ ਇਸ ਸਾਰੇ ਮਾਮਲੇ ਦੇ ਨਾਲ ਕੀ ਪ੍ਰਤੀਕਿਰਿਆਵਾਂ ਆਉਂਦੀਆਂ ਨੇ ਸਾਡੇ ਨਾਲ? ਅਸੀਂ ਇੱਥੇ ਮੱਖੂ ਖੜੇ ਹੋਏ ਹਾਂ, ਸਾਡੇ ਨਾਲ ਨੌਜਵਾਨ ਜਿਹੜੇ ਸਿੱਖ ਨੌਜਵਾਨ ਖਾਸ ਕਰਕੇ ਇੱਥੇ ਸਾਡੇ ਨਾਲ ਜੁੜੇ ਹੋਏ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦੀ ਰਾਏ ਲੈਂਦੇ ਹਾਂ ਕੀ ਉਹਨਾਂ ਦੀ ਰਾਏ ਆ, ਕੀ ਉਹ ਕਹਿਣਾ ਚਾਹੁੰਦੇ ਨੇ। ਸਭ ਤੋਂ ਪਹਿਲਾਂ ਨਸੀਬ ਸਿੰਘ ਖਾਲਸਾ ਜੀ ਸਾਡੇ ਨਾਲ ਨੇ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਖਾਲਸਾ ਜੀ, ਕਿਵੇਂ ਦੇਖਦੇ ਹੋ ਸਾਰੀ ਪ੍ਰਤੀਕਰਮ ਨੂੰ ਕਿ ਪਹਿਲਾਂ ਤੇ ਰਿਹਾਈ ਦੀ ਕੁਝ ਖਬਰ ਹੁੰਦੀ ਆ, ਤੁਹਾਡੇ ਵੱਲੋਂ ਵੀ ਐਲਾਨ ਕੀਤਾ ਜਾਂਦਾ ਕਿ ਅਸੀਂ ਲੱਡੂ ਵੰਡਾਂਗੇ, ਖੁਸ਼ੀ ਦੇ ਵਿੱਚ ਇਜ਼ਹਾਰ ਕਰਾਂਗੇ ਖੁਸ਼ੀ ਦਾ ਜੇਕਰ ਦੀਪ ਸਿੱਧੂ ਬਾਹਰ ਆਉਂਦੇ ਨੇ ਵੀਰ, ਤੇ ਨਾਲ ਹੀ ਖਬਰ ਆ ਜਾਂਦੀ ਆ ਕਿ ਦੀਪ ਸਿੱਧੂ ਨੂੰ ਜਿਹੜੀ ਰਿਹਾਈ ਆ ਉਹ ਕੈਂਸਲ ਕੀਤੀ ਗਈ ਆ, ਦੁਬਾਰਾ ਇੱਕ ਹੋਰ ਕੇਸ ਪਾ ਕੇ ਉਹਨਾਂ ਨੂੰ ਅੰਦਰ ਭੇਜ ਦਿੱਤਾ ਜਾਂਦਾ। ਕਿਵੇਂ ਦੇਖਦੇ ਹੋ ਸਾਰੇ ਪ੍ਰਤੀਕਰਮ? ਸਭ ਤੋਂ ਪਹਿਲਾਂ ਵੀਡੀਓ ਦੇਖ ਰਹੇ ਸਾਰੇ ਮੇਰੇ ਵੀਰਾਂ ਭੈਣਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਵੇਖੋ ਜੀ, ਜਿਵੇਂ ਕਿ ਪਤਾ ਲੱਗਾ ਸੀਗਾ ਕਿ ਸਵੇਰ ਕੇ ਜ਼ਮਾਨਤ ਹੋ ਗਈ ਆ ਤੇ ਸਾਰੇ ਮੇਰੇ ਇਕੱਲੇ ਨਹੀਂ, ਸਾਰੀ ਫੇਸਬੁੱਕ ਹੀ ਤੁਸੀਂ ਵੇਖ ਲਓ, ਸਾਰਾ ਸੋਸ਼ਲ ਮੀਡੀਆ ਤੇ ਸਾਰੇ ਮੇਰੇ ਜਿੰਨੇ ਵੀ ਸਾਰੇ ਭੈਣ ਭਰਾ ਜਿਹੜੇ ਸਾਡੇ ਵੀਰ ਸੀ ਸਾਡੇ ਨਾਲ ਜੁੜੇ ਹੋਏ ਨੇ, ਸਭ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਕਿ ਅੱਜ ਸਾਡਾ ਵੀਰ ਜੋ ਦੀਪ ਸਿੱਧੂ ਉਹ ਸ਼ਾਮ ਨੂੰ ਆਪਣਾ ਘਰ ਜੇਲ੍ਹ ਤੋਂ ਬਾਹਰ ਆ ਜਾਊਗਾ, ਹੈ ਨਾ ਜੀ। ਅਸੀਂ ਉਹਦਾ ਸਵਾਗਤ ਕਰਾਂਗੇ ਤੇ ਸਾਡੇ ਸਾਰੇ ਭਰਾਵਾਂ ਨੇ, ਸਾਡੇ ਜੋ ਆਪਣੇ ਇੱਥੋਂ ਦੇ ਮਖੂ ਦੇ ਜਾਂ ਜੀਰੇ ਹਲਕੇ ਦੇ ਸਾਰੇ ਵੀਰਾਂ ਨੇ ਰਲ ਕੇ ਇੱਕ ਪ੍ਰੋਗਰਾਮ ਲਿਖਿਆ ਸੀ ਕਿ ਆਪਾਂ ਵੱਡੇ ਪੱਧਰ ਤੇ ਇੱਕ ਮਖੂ ਸ਼ਹਿਰ ਤੇ ਆਪਾਂ ਜੀਰੇ ਮੋੜ ਤੇ ਇੱਕ ਲੱਡੂ ਵੰਡਾਂਗੇ, ਲੱਡੂ ਵੰਡ ਸਮਾਰੋਹ ਰੱਖਾਂਗੇ ਵੀ ਉਹਨਾਂ ਦੀ ਆਉਣ ਦੀ ਖੁਸ਼ੀ 'ਚ, ਹੈ ਨਾ ਜੀ। ਚਲੋ ਇਹ ਵੀ ਇਹ ਪਿਆਰ ਵੀ ਕਹਿ ਸਕਦੇ ਦਿੱਲੀ ਲੋਕਾਂ ਦਾ, ਔਰ ਜੋ ਉਹਨਾਂ ਨੇ ਸਾਡੇ ਲਈ ਕੁਰਬਾਨੀ ਕੀਤੀ, ਜੋ ਆਪਣਾ ਕੈਰੀਅਰ ਦਾਅ 'ਤੇ ਲਾ ਕੇ ਉਹ ਜੋ 2.5 ਮਹੀਨੇ ਮਿਲਾ 2 ਮਹੀਨੇ ਤੋਂ ਉੱਪਰ ਹੋ ਗਿਆ ਵਾ ਜੇਲ੍ਹ 'ਚ, ਹੈ ਨਾ ਜੀ, ਹੁਣ ਰਿਹਾਈ ਹੋ ਰਹੀ ਸੀ। ਔਰ ਚਾਨਚੱਕ ਹੀ ਜਦੋਂ ਅਸੀਂ ਲੱਡੂ ਖਰੀਦ ਵੀ ਲਏ ਤੇ ਅਸੀਂ ਬੈਠੇ ਉੱਥੇ, ਜਦੋਂ ਆਪਣੇ ਸੱਜਣ ਮਿੱਤਰ ਜੋ ਭੈਣ ਭਰਾ ਸਾਡੇ ਇਕੱਠੇ ਹੋ ਰਹੇ ਸੀਗੇ ਤੇ ਚਾਨਚੱਕ ਅਸੀਂ ਵੇਖਦੇ ਹਾਂ ਕਿ ਮੋਬਾਈਲ ਤੇ ਇੱਕ ਖਬਰ ਆ ਰਹੀ ਹੈ ਕਿ ਦੀਪ ਸਿੱਧੂ ਨੂੰ ਫਿਰ ਮੁੜ ਗ੍ਰਿਫਤਾਰ ਕਰ ਲਿਆ ਗਿਆ। ਔਰ ਅਸੀਂ ਇਹਦੀ ਪੁਸ਼ਟੀ ਕਰਨੀ ਚਾਹੀ ਤੇ ਸਾਨੂੰ ਪਤਾ ਲੱਗਾ ਕਿ ਉਹਨਾਂ ਨੂੰ ਇੱਕ ਕੋਈ ਭੰਨ ਤੋੜ ਦੇ ਕੇਸ ਵਿੱਚ, ਜੋ ਆਪਣਾ ਲਾਲ ਕਿਲੇ ਵਿੱਚ ਭੰਨ ਤੋੜ ਦੇ ਕੇਸ ਵਿੱਚ ਫਿਰ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਔਰ ਇਹ ਬੜੀ, ਚਲੋ ਪਹਿਲਾਂ ਖੁਸ਼ੀ ਦੀ ਲਹਿਰ ਸੀ, ਪਰ ਇਹ ਬੜੀ ਮੰਦਭਾਗੀ ਇੱਕ ਖਬਰ ਆ ਕਿ ਜੋ ਸਰਕਾਰਾਂ ਨੇ ਇਹ ਜੋ ਸਾਡੇ ਅੰਦੋਲਨ ਨੂੰ ਜਾਂ ਜਿਹੜੇ ਸਾਡਾ ਜੋ ਕਾਨੂੰਨਾਂ ਨੂੰ ਦਬਾ ਕੇ ਔਰ ਉਹਨਾਂ ਦੇ ਨਾਲ ਵੀ ਧੱਕਾ ਇੱਕ ਹਿਸਾਬ ਦਾ ਕਹਿ ਸਕਦੇ ਹਾਂ ਕਿ ਧੱਕੇ ਨਾਲ ਉਹਨਾਂ ਨੇ ਫਿਰ ਦੁਬਾਰਾ ਵੀਰ ਸਾਡੇ ਨੂੰ ਜੇਲ੍ਹ 'ਚ ਭੇਜਤਾ। ਔਰ ਆਉਣ ਵਾਲੇ ਚਲੋ ਜੇਲ੍ਹ 'ਚ ਇਹ ਆ ਵੀ ਜੋ ਭੰਨ ਤੋੜ ਦਾ ਹੈਗਾ ਕੇਸ ਆ, ਕੋਈ ਜ਼ਮਾਨਤ ਹੋ ਵੀ ਜਾਊਗੀ 2-3 ਦਿਨਾਂ 'ਚ, ਪਰ ਇਹ ਆ ਵੀ ਸਰਕਾਰਾਂ ਦੀ ਜੋ ਇੱਥੋਂ ਨੀਤੀ ਆ, ਜੋ ਸਾਡੇ ਪ੍ਰਤੀ ਮਾਰੂ ਨੀਤੀ ਆ, ਜਾਂ ਕਿਸਾਨਾਂ ਪ੍ਰਤੀ ਕਹਿ ਲਈਏ ਜਾਂ ਜੋ ਜਾਗਰੂਕ ਨਾਗਰਿਕ ਨੇ ਉਹਨਾਂ ਪ੍ਰਤੀ ਕਹਿ ਲਈਏ ਵੀ ਉਹਨਾਂ ਪ੍ਰਤੀ ਉਹਨਾਂ ਦੀ ਮਾਰੂ ਨੀਤੀ ਆ ਕਿ ਇਹ ਕੋਈ ਇਨਸਾਫ ਦੀ ਗੱਲ ਨਾ ਕਰਨ। ਵੀਰ ਜੀ, ਇੱਕ ਬੰਨੇ ਤੇ ਜਿਹੜਾ ਦੀਪ ਸਿੱਧੂ ਆ ਉਹਨੂੰ ਇੱਕ ਅਜਿਹੇ ਔਖੇ ਦੌਰ ਦੇ ਵਿੱਚੋਂ ਲੰਘਣਾ ਪੈ ਰਿਹਾ ਵਾ, ਜਿਹੜਾ ਕਿ ਹੁਣ ਜਿਹੜਾ ਦੌਰ ਗੁਜ਼ਰ ਰਿਹਾ ਉਹਦੇ ਉੱਤੇ, ਪਰ ਫਿਰ ਵੀ ਕੁਝ ਲੋਕਾਂ ਵੱਲੋਂ ਉਹਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਦੀਪ ਸਿੱਧੂ ਜਿਹੜਾ ਉਹ ਗਦਾਰ ਆ। ਕੀ ਕਹਿਣਾ ਚਾਹੋਗੇ ਅਜਿਹੇ ਮੌਕੇ ਦੇ ਉੱਤੇ, ਕੀ ਪ੍ਰਤੀਕਰਮ ਦੇਣਾ ਚਾਹੋਗੇ ਤੁਸੀਂ? ਵੇਖੋ ਜੀ, ਪਹਿਲਾਂ ਤਾਂ ਮੈਂ ਕਹੂੰਗਾ ਵੀ ਹਰੇਕ ਦੀ ਆਪੋ ਆਪਣੀ ਰਾਏ ਹੁੰਦੀ ਆ ਨਾ, ਆਪੋ ਆਪਣੇ ਵਿਚਾਰ ਹੁੰਦੇ ਨੇ ਵੀ ਕਿਸੇ ਦਾ ਵਿਚਾਰ ਨਹੀਂ ਰਲਦੇ, ਕਿਸੇ ਦੇ ਰਲਦੇ ਆ। ਬਾਕੀ ਮੈਂ ਹੁਣ ਤਾਂ ਕਹਿਣਾ ਚਾਹੂੰਗਾ ਕਿ ਜਿਹੜੇ ਮੰਨ ਲਓ ਕਈ ਵੀਰ ਮੇਰੇ ਜਿਹੜੇ ਕਹਿੰਦੇ ਨੇ ਕਿ ਦੀਪ ਸਿੱਧੂ ਗਦਾਰ ਹੈ ਆਰਐਸ ਦਾ, ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ 2.5 ਮਹੀਨੇ ਹੋ ਗਏ ਅਗਲਾ ਜੇਲ੍ਹ 'ਚ ਬੈਠਾ, ਪਹਿਲੇ ਚੱਡੇ ਪੜਵਾ ਲਏ ਅਗਲੇ ਨੇ, ਪੁਲਿਸ ਦਾ ਤਸ਼ੱਦਦ ਚੱਲ ਕੇ ਤਾਂ ਵੇਖੋ, ਹੈ ਨਾ ਜੀ, ਚੱਡੇ ਪੜਵਾ ਲਏ ਅਗਲੇ ਨੇ, ਆਪਦਾ ਕੈਰੀਅਰ ਸਾਰਾ BMW ਵੱਡੀਆਂ 1.5 ਕਰੋੜ ਦੀ ਗੱਡੀ ਵਿੱਚ ਘੁੰਮਣ ਵਾਲਾ ਬੰਦਾ ਅੱਜ ਜੇਲ੍ਹ 'ਚ ਬੈਠਾ। ਯਾਰ ਉਹਨੂੰ ਕੀ ਲੋੜ ਆ ਸਾਡੇ ਲਈ, ਹੈ ਨਾ, ਜੇਲ੍ਹ 'ਚ ਬਹਿਣ ਲਈ? ਪਰ ਨਹੀਂ, ਉਹ ਕੀ ਆ ਵੀ ਉਹ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ, ਉਹ ਸਰਕਾਰਾਂ ਨੂੰ ਚੁੱਭਦੀ ਆ, ਹੈ ਨਾ ਜੀ। ਇਹ ਸੰਤ ਸਾਡੇ ਜਰਨੈਲ ਸਿੰਘ ਭਿੰਡਰਾਂ ਵਾਲੇ ਜੋ ਉਦੋਂ 84 ਵੇਲੇ ਜੋ ਮਤੇ ਦੀ ਗੱਲ ਕੀਤੀ ਸੀ, ਉਦੋਂ ਵੀ ਸਰਕਾਰ ਉਹਨਾਂ ਨੂੰ ਚੁੱਭਦੇ ਸੀ ਸਰਕਾਰਾਂ ਨੂੰ। ਹੁਣ ਵੀ ਇਹ ਦੀਪ ਸਿੱਧੂ ਵੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ, ਉਹ ਕਹਿੰਦਾ ਵੀ ਇਕੱਲੇ ਕਾਨੂੰਨਾਂ ਦੀ ਗੱਲ ਨਾ ਕਰੋ, ਸਾਰੀਆਂ ਜੋ ਸਾਡੀਆਂ ਮੰਗਾਂ ਉਹਨਾਂ ਦੀ ਗੱਲ ਕਰੋ, ਜੋ ਜਾਇਜ਼ ਵੀ ਨੇ, ਕੋਈ ਨਜਾਇਜ਼ ਮੰਗ ਨਹੀਂ ਹੈਗੀ ਉਹਦੇ 'ਚ, ਜਾਇਜ਼ ਗੱਲਾਂ ਕਰਦੇ ਨੇ, ਪਰ ਇਹ ਸਰਕਾਰਾਂ ਨੂੰ ਚੁੱਭਦੇ ਨੇ। ਔਰ ਜਿੱਥੋਂ ਤੱਕ ਸਾਡੇ ਜਿਹੜੇ ਵੀਰ ਨੇ ਜਾਂ ਕੋਈ ਕਾਮਰੇਡ ਆ, ਜਿਆਦਾ ਮੈਂ ਕਹੂੰਗਾ ਕਾਮਰੇਡ ਬੰਦੇ ਆ ਜਿਨ੍ਹਾਂ ਨੂੰ ਇਹ ਚੁੱਭਦਾ, ਔਰ ਉਹਨਾਂ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ, ਚੱਪਣੀ ਨੱਕ ਵਡੋਕ ਕੇ ਮਰ ਜਾਣਾ ਚਾਹੀਦਾ।
ਆ ਜਿਹੜੇ ਕਿ ਕਹਿੰਦੇ ਕਿ ਦੀਪ ਸਿੱਧੂ RSS ਦਾ ਬੰਦਾ ਹੈ ਔਰ ਦੀਪ ਸਿੱਧੂ BJP ਦਾ ਬੰਦਾ ਜਾਂ ਉਹ ਗਦਾਰ ਆ। ਧੰਨਵਾਦ ਜੀ। ਸਾਡੇ ਨਾਲ ਇੱਥੇ ਵੀਰ ਹਰਪਾਲ ਸਿੰਘ ਮੱਖੂ ਜੋ ਕਿ ਕਥਾਵਾਚਕ ਵੀ ਨੇ ਤੇ ਸਿੱਖ ਨੌਜਵਾਨ ਆਗੂ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ ਵੀਰ ਜੀ, ਕਿਵੇਂ ਦੇਖਦੇ ਹੋ ਸਾਰੇ ਪ੍ਰਤੀਕਰਮ ਨੂੰ ਜੋ ਵੀ ਅੱਜ ਜਿਹੜੀ ਘਟਨਾ ਅੱਜ ਸਵੇਰ ਤੋਂ ਦੁਪਹਿਰ ਤੋਂ ਬਾਅਦ ਜਿਹੜੀ ਘਟੀ ਆ ਹੁਣ ਤੱਕ? ਵੇਖੋ ਜੀ, ਜਿਵੇਂ ਮੇਰੇ ਵੀਰ ਨੇ ਗੱਲ ਕੀਤੀ ਵੀ ਜ਼ਾਲਮ ਸਰਕਾਰਾਂ 26 ਜਨਵਰੀ ਨੂੰ ਟੁੱਟ ਭੱਜ ਉਦਣ ਹੀ ਹੋਈ ਸੀ, ਇਹ ਕੇਸ ਉਦਣ ਵੀ ਨਾਲ ਲਾਇਆ ਜਾ ਸਕਦਾ ਸੀ, ਪਰ ਪੁਲਿਸ ਜਾਂ ਪ੍ਰਸ਼ਾਸਨ ਜਾਂ ਸਰਕਾਰ ਵੇਖਦੀ ਰਹੀ ਵੀ ਇਹ ਬਰੀ ਹੁੰਦਾ ਹੈ ਕਿ ਨਹੀਂ ਹੁੰਦਾ। ਜੇ ਕੱਲ ਜ਼ਮਾਨਤ ਮਿਲੀ ਅੱਜ ਉਹਨਾਂ ਨੂੰ ਬਰੀ ਕਰ ਦੇਣਾ ਸੀ, ਅੱਜ ਉਹ ਕੇਸ ਦੇ ਵਿੱਚੋਂ ਬੇਲ ਮਿਲ ਗਈ, ਇੱਕ ਜ਼ਮਾਨਤ ਹੋ ਗਈ, ਅੱਜ ਉਹਨਾਂ ਨੇ ਘਰ ਆਉਣਾ ਸੀ, ਅਸੀਂ ਸਾਰੇ ਨੌਜਵਾਨ ਉਹਨਾਂ ਦੀ ਖੁਸ਼ੀ ਦੇ ਵਿੱਚ ਲੱਡੂ ਵੰਡੇ। ਪਰ ਨਾਲ ਹੀ ਵੇਖੋ ਜੇ ਉਹਨਾਂ ਨੂੰ ਬਾਹਰ ਨਿਕਲ ਤੋਂ ਪਹਿਲਾਂ ਇੱਕ ਕੇਸ ਹੋਰ ਉਹਨਾਂ ਤੇ ਲਾਇਆ ਜਾਂਦਾ, ਉਹਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਖੈਰ ਅਸੀਂ ਖੁਸ਼ੀ ਦੇ ਵਿੱਚ ਇਕੱਠੇ ਹੋਏ ਹਾਂ, ਲੱਡੂ ਵੰਡੇ ਨੇ, ਪਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਗੁਰਦੁਆਰੇ ਹੁਣੇ ਅਰਦਾਸ ਵੀ ਕੀਤੀ ਵੀ ਦਾਤਾ ਜੀ ਜੇ ਪਹਿਲੇ 'ਚੋਂ ਤੁਸੀਂ ਜ਼ਮਾਨਤ ਦਿੱਤੀ ਤੇ ਦੂਜੇ 'ਚੋਂ ਵੀ ਦੇਣੀ ਹੈ। ਸਰਕਾਰਾਂ ਇਹ ਕੰਮ ਕਰਦੀਆਂ ਰਹੀਆਂ ਨੇ। ਮੁਖੀ ਸਾਹਿਬ, ਮੈਂ ਤੁਹਾਨੂੰ ਰੋਕਣਾ ਚਾਹੂੰਗਾ ਇੱਕ ਮਿੰਟ, ਇੱਥੇ ਇੱਕ ਗੱਲ ਆ ਜੀ, ਜੇਕਰ ਦੇਖਿਆ ਜਾਵੇ ਕਾਨੂੰਨੀ ਨੁਕਤੇ ਦੇ ਮੁਤਾਬਕ ਵੀ ਦੇਖਿਆ ਜਾਵੇ, ਜਿਹੜੇ ਕੇਸ ਨੇ ਇੱਕ ਮੁਲਜ਼ਮ ਦੇ ਉੱਤੇ ਕੇਸ ਪਾਏ ਜਾਂਦੇ ਨੇ, ਉਹ ਇਕੱਠੇ ਕੇਸ ਪਾਏ ਜਾਂਦੇ ਨੇ ਜੀ। ਜਦੋਂ ਕੇਸਾਂ ਦੀ ਜਿਹੜੀ ਜ਼ਮਾਨਤ ਹੋਣੀ ਆ ਉਹ ਵੀ ਇਕੱਠੀ ਹੋਣੀ ਹੁੰਦੀ ਆ, ਫਿਰ ਅਜਿਹਾ ਕਿਉਂਕਿ ਇੱਕ ਵੱਖਰਾ ਕੇਸ ਐਨ ਮੌਕੇ ਤੇ ਉਸ ਸਮੇਂ ਪਾਇਆ ਜਾਂਦਾ ਜਦੋਂ ਉਹਦੀ ਰਿਹਾਈ ਹੋਣ ਲੱਗਦੀ ਹੈ ਜ਼ਮਾਨਤ ਦੇ ਉੱਤੇ। ਇਹ ਕੇਸ ਪਹਿਲਾਂ ਕਿਉਂ ਨਹੀਂ ਨਾਲ ਹੀ ਰੱਖਿਆ ਜਾਂਦਾ, ਇਹਨੂੰ ਮੌਕੇ ਤੇ ਹੀ ਕਿਉਂ ਪਾਇਆ ਜਾਂਦਾ, ਖਾਸ ਕਰਕੇ ਉਦੋਂ ਜਦੋਂ ਰਿਹਾਈ ਹੋਣ ਲੱਗਦੀ ਉਦੋਂ? ਵੇਖੋ ਜੀ, ਉਹਨਾਂ ਨੇ ਪਹਿਲਾਂ ਵੀ ਬੜਾ ਕੁਝ ਕੀਤਾ ਸੀ ਵੀ ਲਾਲ ਕਿਲੇ ਤੇ ਹਿੰਸਾ ਹੋਈ, ਇਹੋ ਜਿਹੇ ਸ਼ਬਦਾਵਲੀ ਵਰਤੀ ਗਈ ਇਹਨਾਂ ਵੱਲੋਂ, ਇਹਨਾਂ ਨੇ ਲੋਕਾਂ ਨੂੰ ਭੜਕਾਇਆ ਗਿਆ, ਪਰ ਅੱਜ ਕੋਰਟ ਨੇ ਕਹਿ ਦਿੱਤਾ ਵੀ ਨੇ ਬਿਲਕੁਲ ਭੜਕਾਇਆ ਨਹੀਂ, ਕੋਈ ਇਹੋ ਜਿਹੀ ਸਾਨੂੰ ਸਟੇਟਮੈਂਟ ਮਿਲੀ ਨਹੀਂ। ਜੇ ਉਹਨਾਂ ਨੇ ਕੋਈ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਇਹ ਨਾਰਾ, ਅੱਜ ਕੋਰਟ ਨੇ ਕਹਿ ਦਿੱਤਾ ਵੀ ਲਾਉਣ ਦਾ ਸਾਨੂੰ ਹੱਕ ਹੈ, ਸਾਨੂੰ ਰਾਈਟ ਹੈ। ਪਰ ਉਹ ਵੇਖਦੇ ਸਨ ਵੀ ਇਹਨਾਂ ਨੂੰ ਜ਼ਮਾਨਤ ਮਿਲਦੀ ਹੈ ਕਿ ਨਹੀਂ ਮਿਲਦੀ, ਜੇ ਮਿਲਦੀ ਹੈ ਤੇ ਉਸੇ ਵੇਲੇ ਨਵੇਂ ਕੇਸ ਦੇ ਵਿੱਚ ਆਪਾਂ ਇਹਨਾਂ ਨੂੰ ਕਿਵੇਂ ਉਲਝਾਉਣਾ, ਕਿਉਂਕਿ ਇੱਕ ਵਕੀਲ ਬੰਦਾ ਹੈ ਜਿਹੜਾ ਲੋਕਾਂ ਨੂੰ ਕੇਸਾਂ 'ਚੋਂ ਬਾਹਰ ਕਰਦਾ ਹੈ। ਅੱਜ ਵੇਖੋ ਦੇਸ਼ ਦਾ ਕਾਨੂੰਨ ਕਿਹੋ ਜਿਹਾ ਵੀ ਜਿਹੜਾ ਲੋਕਾਂ ਨੂੰ ਬਾਹਰ ਕਰਦਾ ਕੇਸਾਂ ਦੇ ਵਿੱਚੋਂ, ਅੱਜ ਇਹੋ ਜਿਹੇ ਕੇਸ ਤੇ ਕੇਸ ਉਹਦੇ ਤੇ ਪਾਏ ਜਾ ਰਹੇ ਨੇ। ਤੇ ਉਸ ਦੇਸ਼ ਦੇ ਵਿੱਚੋਂ ਉਸ ਸਰਕਾਰ ਤੋਂ ਅਸੀਂ ਕਿਸ ਪ੍ਰਕਾਰ ਦੀ ਆਸ ਰੱਖਦੇ ਹਾਂ? ਮੁਖੀ ਸਾਹਿਬ, ਕਿਵੇਂ ਦੇਖਦੇ ਹੋ ਸਾਰੇ ਪ੍ਰਤੀਕਰਮ ਨੂੰ, ਤੇ ਕੀ ਦੇਖਦੇ ਹੋ ਕਿ ਜਿਵੇਂ ਇੱਕ ਜ਼ਮਾਨਤ ਨੂੰ ਲੈ ਕੇ ਹੀ ਇੰਨਾ ਉਲਝਾਇਆ ਜਾ ਰਿਹਾ, ਤੇ ਇੱਥੇ ਇਨਸਾਫ ਦੀ ਕਿੰਨੀ ਕੁ ਉਮੀਦ ਰੱਖਦੇ ਹੋ ਤੁਸੀਂ? ਵੇਖੋ ਜੀ, ਸਾਡੀ ਕੌਮ ਜਿਹੜੀ ਹੈ ਇਨਸਾਫ ਪਸੰਦ ਕੌਮ ਹੈ, ਇਹ ਤੇ ਹਮੇਸ਼ਾ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦੀ ਹੈ। ਅੱਜ ਵੀ ਅਸੀਂ ਅਰਦਾਸ ਕੀਤੀ, ਇੱਕ ਦੀ ਖੁਸ਼ੀ ਮਨਾਈ ਹੈ ਬਰੀ ਹੋਣ ਦੀ, ਤੇ ਦੂਜੇ ਦੀ ਅਸੀਂ ਅਰਦਾਸ ਕੀਤੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ, ਦਾਤਾ ਜੇ ਤੁਸੀਂ ਪਹਿਲਾਂ ਜ਼ਮਾਨਤ ਦੇ ਦਿੱਤੀ ਹੈ ਤੇ ਦੂਜੇ ਕੇਸ ਦੇ ਵਿੱਚ ਵੀ ਤੁਸੀਂ ਮਿਹਰ ਕਰਨੀ ਹੈ। ਤੇ ਯਾਦ ਰੱਖੇ, ਸਾਡੀ ਉਹ ਕੌਮ ਹੈ, ਹਮੇਸ਼ਾ ਅਸੀਂ ਟਣਕਾ ਕੇ ਪਰਖਦੇ ਹਾਂ, ਉਹ ਪਰਖ ਦੇ ਵਿੱਚੋਂ ਖਰਾ ਉਤਰ ਰਿਹਾ ਹੈ। ਜਿਵੇਂ ਵੀਰ ਨੇ ਕਿਹਾ ਵੀ ਬੜੀ ਲਗਜ਼ਰੀ ਲਾਈਫ ਛੱਡ ਕੇ ਜਿੱਥੇ ਸਾਡੇ ਸੁਪਨੇ ਖਤਮ ਹੁੰਦੇ ਨੇ, ਉਦੋਂ ਵਧੀਆ ਲਾਈਫ ਉਹ ਜਿਉਂਦਾ ਬੰਦਾ। ਅੱਜ ਸਾਡੀ ਖਾਤਰ ਸਾਡਾ ਇਨਸਾਨੀਅਤ ਦੇ ਨਾਂ 'ਤੇ ਇੱਕ ਫਰਜ਼ ਬਣਦਾ ਸੀ ਵੀ ਅੱਜ ਜੇ ਉਹਨੂੰ ਜ਼ਮਾਨਤ ਮਿਲੀ ਤੇ ਸਾਡਾ ਲੱਡੂ ਵੰਡਣਾ, ਖੁਸ਼ੀ ਮਨਾਉਣਾ, ਕਿਉਂਕਿ ਉਹ ਆਪਣੀ ਨਿੱਜੀ ਲੜਾਈ ਵਾਸਤੇ ਜੇਲ੍ਹ 'ਚ ਨਹੀਂ ਗਿਆ, ਉਹ ਸਾਡੇ ਹੱਕਾਂ ਦੀ ਲੜਾਈ ਖਾਤਰ ਗਿਆ। ਔਰ ਜਿਹੜੀ ਗੱਲ ਉਹਨੇ ਕੀਤੀ, ਉਹਨੇ ਕਿਹਾ ਬਿੱਲਾਂ ਦੀ ਗੱਲ ਨਾ ਕਰੋ, ਖੁਦ ਮੁਖਤਿਆਰੀ ਦੀ ਗੱਲ ਕਰੋ। ਇਹ ਤੁਸੀਂ ਖੁਦ ਮੁਖਤਿਆਰੀ ਦੀ ਗੱਲ ਕਰਦੇ ਹੋ, ਦੀਪ ਸਿੱਧੂ ਦੀ ਵੀ ਵਾਰ-ਵਾਰ ਇਹੀ ਸਟੇਟਮੈਂਟ ਰਹੀ ਆ ਕਿ ਖੁਦ ਮੁਖਤਿਆਰੀ ਦੀ ਗੱਲ ਉਹ ਕਰਦਾ, ਪਰ ਇਸੇ ਚੀਜ਼ ਨੂੰ ਲੈ ਕੇ ਹੀ ਕੁਝ ਲੋਕਾਂ ਵੱਲੋਂ ਤੇ ਖਾਸ ਕਰਕੇ ਵੱਡੀ ਸਟੇਜ ਦੇ ਉੱਤੇ ਉਹਨੂੰ ਗਦਾਰ ਐਲਾਨਿਆ ਜਾਂਦਾ। ਤੁਸੀਂ ਕਿਵੇਂ ਦੇਖਦੇ ਹੋ? ਵੇਖੋ ਜੀ, ਅੱਜ ਸਮਾਂ ਇਹੋ ਜਿਹਾ ਵੀ ਅੱਜ ਕਿਸੇ ਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ, ਕਿਉਂਕਿ ਜਦੋਂ ਵੀ ਹਿਸਟਰੀ ਜਿਹੜੀ ਹੈ ਨਾ, ਜੇ ਅੰਦੋਲਨ ਅੱਜ ਜਿਸ ਅੰਦੋਲਨ ਦੇ ਲਈ ਉਹਨੇ ਸਜ਼ਾ ਭੁਗਤ ਰਿਹਾ, ਜਿਸ ਅੰਦੋਲਨ ਦੀ ਖਾਤਰ ਉਹ ਜੇਲ੍ਹ ਦੇ ਵਿੱਚ ਗਿਆ ਹੈ, ਜੇ ਉਹਨਾਂ ਸਟੇਜਾਂ ਤੋਂ ਸਾਡੇ ਆਗੂ ਵੇਖੋ, ਅੱਜ ਜੇ ਕੋਈ ਠੰਡਾ ਵਗਦਾ ਤੇ ਉਹਨੂੰ ਕਿਹਾ ਜਾਂਦਾ ਜੀ ਇਹ ਨਰਮ ਖਿਆਲੀ ਹੈ, ਤੇ ਇੱਕ ਨੌਜਵਾਨ ਦੇ ਅੰਦਰ ਖੂਨ ਉਬਾਲਾ ਖਾ ਜਾਂਦਾ ਉਹਨੂੰ ਗਰਮ ਖਿਆਲੀ ਕਿਹਾ ਜਾਂਦਾ ਹੈ। ਯਾਦ ਰੱਖਿਆ ਜੇ ਜਦੋਂ ਵੀ ਆਪਾਂ ਕੋਈ ਵੀ ਸੰਘਰਸ਼ ਰੀਡ ਕਰਦੇ ਆ ਨਾ, ਕੋਈ ਵੀ ਆਜ਼ਾਦੀ, ਕੋਈ ਵੀ ਆਪਾਂ ਮੋਰਚੇ ਬਾਰੇ ਜਾਂ ਜਨ ਅੰਦੋਲਨ ਨੂੰ ਆਪਾਂ ਰੀਡ ਕਰਦੇ ਆ, ਤੇ ਉਹਦੇ ਵਿੱਚ ਤੁਹਾਨੂੰ ਦੋ ਪ੍ਰਕਾਰ ਦੇ ਬੰਦੇ ਮਿਲਣਗੇ। ਇੱਕ ਸ਼ਾਂਤੀ ਪਸੰਦ ਲੋਕ ਮਿਲਣਗੇ। ਜੇ ਹੁਣ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀਏ, ਇੱਕ ਐਗਜ਼ਾਮਪਲ ਦਿਆਂ, ਜੇ ਅਸੀਂ ਗਾਂਧੀ ਨੂੰ ਯਾਦ ਕਰਦੇ ਆ ਤੇ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਅਸੀਂ ਕਿੱਥੇ ਰੱਖਾਂਗੇ? ਯਾਦ ਰੱਖਿਆ ਜੇ ਦੋਵੇਂ ਨੌਜਵਾਨ, ਜੇ ਆਪਾਂ ਹਿਸਟਰੀ ਪੜ੍ਹਦੇ ਆ ਨਾ, ਤੇ ਹਿਸਟਰੀ ਦੇ ਵਿੱਚ ਦੋ ਦਲ ਰਹੇ ਨੇ, ਇੱਕ ਬੁੱਢਾ ਦਲ ਤੇ ਇੱਕ ਤਰਨਾ ਦਲ। ਤਰਨਾ ਦਲ ਨੌਜਵਾਨਾਂ ਦਾ ਦਲ, ਤਰਨਾ ਕਿਹਾ ਜਾਂਦਾ ਨੌਜਵਾਨ ਨੂੰ। ਯਾਦ ਰੱਖਿਆ ਜੇ ਦਿੱਲੀ ਦੇ ਅੱਜ ਬਰੂਹਾਂ ਤੇ ਪਹੁੰਚਾਇਆ ਨਾ, ਤੇ ਉਹ ਨੌਜਵਾਨਾਂ ਨੇ ਪਹੁੰਚਾਇਆ। ਕਿਵੇਂ ਬੈਰੀਗੇਡ ਤੋੜ ਕੇ, ਤੁਸੀਂ ਵੇਖੋ ਅਥਰੂ ਗੋਲੇ ਉਹਨਾਂ ਦੇ ਉੱਤੇ ਡਿੱਗਦੇ ਰਹੇ, ਜਾਨ ਤਲੀ ਤੇ ਧਰ ਕੇ ਉਹਨਾਂ ਨੇ ਸਾਡੇ ਆਗੂਆਂ ਨੂੰ ਐਡੀ ਵੱਡੀ ਸਟੇਜ
ਦੇ ਸੰਚਾਲਕ ਬਣਾਇਆ ਤੇ ਅੱਜ ਜੇ ਉਹ ਸਟੇਜ ਤੋਂ ਇਹ ਗੱਲਾਂ ਕੀਤੀਆਂ ਜਾਣ ਤੇ ਮੈਨੂੰ ਲੱਗਦਾ ਵੀ ਇਹ ਮੰਦਭਾਗੀਆਂ, ਇਹੋ ਜੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ, ਕਿਉਂਕਿ ਪਤਾ ਉਦੋਂ ਲੱਗਦਾ ਜਦੋਂ ਵੀ ਅੰਦੋਲਨ ਦੇ ਵਿੱਚੋਂ ਜੇ ਅਸੀਂ ਜਿੱਤ ਪ੍ਰਾਪਤ ਕਰਦੇ ਹਾਂ ਜਾਂ ਕੁਝ ਵੀ ਹੁੰਦਾ ਹੈ, ਇਹ ਤੇ ਭਵਿੱਖ ਦੇ ਵਿੱਚ ਨਾ, ਭਵਿੱਖ ਦੇ ਗਰਭ ਦੇ ਵਿੱਚ ਇਹਦੇ ਤੇ ਨਿਰੀਖਣ ਹੋਣਗੇ, ਇਹਦੇ ਤੇ ਬੱਚੇ PhD ਕਰਨਗੇ, ਉਦੋਂ ਪਤਾ ਲੱਗੇਗਾ ਵੀ ਕਿਹੜਾ ਵਫਾਦਾਰ ਹੈ ਤੇ ਕਿਹੜਾ ਗਦਾਰ ਹੈ। ਇਹਦੇ ਖੂਹ ਦੀ ਆਵਾਜ਼ ਹੈ, ਜੇ ਉਹ ਉਹਨਾਂ ਨੂੰ ਗਦਾਰ ਕਹਿਣਗੇ ਤੇ ਉਹਨਾਂ ਦੇ ਸਮਰਥਕ ਉਹਨਾਂ ਨੂੰ ਗਦਾਰ ਕਹਿਣਗੇ। ਅੱਜ ਸਮਾਂ ਇਕੱਠੇ ਹੋ ਕੇ ਚੱਲਣ ਦਾ, ਭਾਵੇਂ ਦੀਪ ਸਿੱਧੂ ਸਾਡਾ ਵੀਰ ਅੱਜ ਜੇਲ੍ਹ ਦੇ ਵਿੱਚ ਹੈ, ਉਹ ਜੇਲ੍ਹ ਦੇ ਵਿੱਚੋਂ ਵੀ ਇਹੋ ਕਹਿ ਰਿਹਾ ਵੀ ਸਾਰੇ ਇਕੱਠੇ ਹੋ ਕੇ ਚੱਲੋ, ਤੇ ਜੇ ਬਾਹਰ ਵਾਲੇ ਇਕੱਠ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨਗੇ ਤੇ ਕਦੀ ਵੀ ਸਫਲਤਾ ਨਹੀਂ ਮਿਲੇਗੀ। ਸਫਲਤਾ ਹਮੇਸ਼ਾ ਇਕੱਠ ਦੇ ਵਿੱਚੋਂ ਮਿਲੀ। ਧੰਨਵਾਦ ਜੀ। ਸਾਡੇ ਨਾਲ ਵੀਰ ਸਰਪੰਚ ਹਰਜਿੰਦਰ ਸਿੰਘ ਜੀ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਵੀ ਜੀ ਤੁਸੀਂ ਵੀ ਖੁਦ ਨੌਜਵਾਨ ਹੋ ਤੇ ਦੀਪ ਸਿੱਧੂ ਵੀ ਨੌਜਵਾਨਾਂ ਨੂੰ ਹੀ ਜਿਹੜਾ ਵਾ ਉਹ ਪ੍ਰੇਰਿਤ ਕਰਦੇ ਰਹੇ ਨੇ, ਨੌਜਵਾਨਾਂ ਦੇ ਉਹ ਆਈਕਨ ਰਹੇ ਨੇ। ਕਿਵੇਂ ਦੇਖਦੇ ਹੋ ਜਿਹੜੀ ਸਾਰੀ ਘਟਨਾਕ੍ਰਮ, ਤੁਸੀਂ ਤੁਹਾਡੇ ਨਜ਼ਰੀਏ ਦੇ ਨਾਲ ਕਿਵੇਂ ਇਹ ਸਾਰੀ ਘਟਨਾਕ੍ਰਮ ਜਿਹੜਾ ਅੱਜ ਦਾ ਐਡਾ ਹੋਇਆ? ਮਰਾਣਾ ਸਾਹਿਬ, ਆਪਾਂ ਸਾਰੇ ਹੀ ਜਾਣਦੇ ਹਾਂ। ਦੇਖੋ, ਸਭ ਤੋਂ ਵੱਡੀ ਗੱਲ ਤਾਂ ਅਸੀਂ ਇਹ ਸੋਚਾਂਗੇ ਵੀ ਅਸੀਂ ਇੱਕ ਸੋਚ ਨਾਲ ਜੁੜੇ ਹਾਂ ਕਿ ਨਾ ਕਿ ਕਿਸੇ ਇੱਕ ਇਨਸਾਨ ਨਾਲ। ਅਸੀਂ ਦੀਪ ਸਿੱਧੂ ਨੂੰ ਚੰਗੀ ਤਰ੍ਹਾਂ ਅੱਜ ਤੱਕ ਮਿਲੇ ਵੀ ਨਹੀਂ, ਪਰ ਉਸ ਬੰਦੇ ਜਦੋਂ ਵੀ ਅਸੀਂ ਅੱਜ ਤੱਕ ਅਸੀਂ ਆਪਦੇ ਫਿਊਚਰ ਵਿੱਚ ਤੁਰੇ ਹਾਂ, ਪਰ ਅਸੀਂ ਜਿਹੜਾ ਵੀ ਇਨਸਾਨ ਜੋ ਪੰਜਾਬ ਦੇ ਜਾਂ ਸਾਡੇ ਕੌਮ ਵਾਸਤੇ ਸੋਚਦਾ ਹੈ ਤੇ ਅਸੀਂ ਉਸ ਨੂੰ ਪਿਆਰ ਕਰਦੇ ਹਾਂ। ਦੀਪ ਸਿੱਧੂ ਨੇ ਦੇਖੋ, ਅੱਜ ਤੁਸੀਂ ਗੱਲਾਂ ਕਰਦੇ ਪਰ ਜੇ ਇੱਕ ਬਰੀਕੀ ਨਾਲ ਸੋਚਦੇ ਹਾਂ ਤਾਂ ਉਸਨੇ ਆਪਣਾ ਜੀਵਨ ਉਹਨੇ ਇੱਕ ਦਰਦ ਲੈ ਕੇ ਆਪਣੇ ਪੰਜਾਬ ਵਾਸਤੇ, ਸਾਡੇ ਵਾਸਤੇ ਆਇਆ। ਔਰ ਉਸ ਦਾ ਕੰਮ ਕੀ ਸੀ ਵੀ ਉਹਨੇ ਸਾਨੂੰ ਇੱਕ ਆਪਦੇ ਹੱਕਾਂ ਵਾਸਤੇ, ਸਾਨੂੰ ਜਿਉਣ ਵਾਸਤੇ ਸਾਨੂੰ ਪ੍ਰੇਰਿਤ ਕੀਤਾ। ਪਰ ਉਹ ਆਪਾਂ ਸ਼ੁਰੂ ਤੋਂ ਵੇਖਦੇ ਹਾਂ ਮਰਾਣਾ ਸਾਹਿਬ, ਅੱਜ ਨਹੀਂ ਹੋਇਆ। ਜੋ ਵੀ ਇਨਸਾਨ ਜਿਹੜਾ ਹੈ, ਜੋ ਆਪਣੇ ਹੱਕਾਂ ਦੀ ਗੱਲ ਕਰੇਗਾ, ਜੋ ਆਜ਼ਾਦੀ ਦੀ ਗੱਲ ਕਰੇਗਾ, ਉਸ ਨਾਲ ਜਿਹੜੇ ਆ ਜ਼ੁਲਮ ਹੋਇਆ ਹੀ ਹੋਇਆ। ਅੱਜ ਜੋ ਬੜੀ ਖੁਸ਼ੀ ਹੋਈ ਸੀ, ਜੋ ਦੀਪ ਸਿੱਧੂ ਵੀਰ ਨੂੰ ਇਨਸਾਫ ਮਿਲਿਆ ਸੀ, ਉਹ ਜ਼ਮਾਨਤ ਦੇ ਵਿੱਚ ਰਿਹਾ ਹੋ ਰਹੇ ਸੀ। ਇੱਕ ਨੌਜਵਾਨਾਂ ਨੂੰ ਇੱਕ ਬੜੀ ਆਸ ਲੱਗੀ ਸੀ ਵੀ ਠੀਕ ਹੈ, ਉਹ ਇੱਕ ਅੱਜ ਉਹ ਬੇਗੁਨਾਹ ਸੀ, ਉਸ ਕਰਕੇ ਉਸ ਨੂੰ ਜ਼ਮਾਨਤ ਮਿਲ ਰਹੀ ਹੈ। ਪਰ ਚਲੋ, ਇਹ ਸਰਕਾਰਾਂ ਨੇ ਅੱਜ ਨਹੀਂ ਮਰਾਣਾ ਸਾਹਿਬ ਕੀਤਾ, ਇਹ ਸ਼ੁਰੂ ਤੋਂ ਹੀ ਹੋਇਆ ਹੈ। ਪਰ ਇਹ ਦੁੱਖ ਵਾਲੀ ਗੱਲ ਹੈ ਵੀ ਅੱਜ ਉਸ ਵੀਰ ਨੂੰ ਦੁਬਾਰਾ ਇਹਨਾਂ ਨੇ ਇੱਕ ਗਲਤ ਕੇਸ ਦੇ ਵਿੱਚ ਫਸਾਇਆ ਹੈ। ਦੇਖੋ ਕਿੱਡੀ ਦੁੱਖ ਵਾਲੀ ਗੱਲ ਹੈ। ਅੱਜ ਉਹਨੂੰ ਕਹਿੰਦੇ ਵੀ ਭੰਨ ਤੋੜ ਦੇ, ਉਹਨਾਂ ਨੂੰ ਇੱਕ ਕੇਸ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਹੈ। ਔਰ ਦੂਸਰੇ ਬੰਨੇ ਦੇਖੋ, ਜਦੋਂ ਇੱਥੋਂ ਅਸੀਂ ਐਲਾਨ ਕੀਤਾ ਸਾਡੀਆਂ ਜਿਹੜੇ ਸੰਯੁਕਤ ਮੋਰਚੇ ਨੇ ਵੀ ਅਸੀਂ ਦਿੱਲੀ ਪਹੁੰਚਣਾ ਹੈ, ਇੱਕ ਸਾਡੇ ਜੋ ਖੱਟਰ ਸਰਕਾਰ ਹੈ ਉਸਨੇ ਖੁਦ ਉੱਥੇ ਤੋੜ ਭੰਨ ਕੀਤੀ, ਸਾਡੀਆਂ ਸੜਕਾਂ ਬਰਬਾਦ ਕੀਤੀਆਂ, ਸਾਡੇ ਉੱਥੇ ਬੈਰੀਕੇਡ ਕਰਕੇ ਕਿੰਨੇ ਨੁਕਸਾਨ ਕੀਤੇ। ਦੇਖੋ, ਸਰਕਾਰਾਂ ਵਾਸਤੇ ਕੋਈ ਗੁਨਾਹ ਨਹੀਂ। ਇਹ ਤੱਕ ਵੇਖੋ, ਅਸੀਂ ਬਣਾਏ ਹੋਏ ਸਾਡੇ ਨੁਮਾਇੰਦੇ ਅੱਜ ਸਾਡੇ ਨਾਲ ਖੇਡ ਰਹੇ ਆ। ਇਹ ਬੜੀ ਦੁੱਖ ਵਾਲੀ ਗੱਲ ਹੈ। ਹੋਰ ਪਰਮਾਤਮਾ ਕਰੇ, ਦੇਖੋ ਇਹ ਜੋ ਵੀ ਜ਼ੁਲਮ ਹੁੰਦੇ ਹੋਣਗੇ ਉਹਨਾਂ ਦੇ ਉਲਟ ਤਾਂ ਆਵਾਜ਼ ਉੱਠਣੀ ਹੈ। ਬੜੇ ਵੇਖੋ, ਸਿੱਖ ਕੌਮ ਨੂੰ ਤਾਂ ਪ੍ਰੇਰਿਤ ਹੀ ਕੀਤਾ ਜਾਂਦਾ ਹੈ ਵੀ ਅਸੀਂ ਜੋ ਸਾਡਾ ਜਿਹੜਾ ਜੀਵਨ ਹੈ ਸਿੱਖ ਕੌਮ ਦੇ ਵਿੱਚ ਜੋ ਸਿੱਖ ਦਾ, ਉਹ ਇੱਕ ਜ਼ੁਲਮ ਦੇ ਵਿਰੁੱਧ ਡਟਣਾ ਹੈ। ਔਰ ਜੋ ਦੀਪ ਸਿੱਧੂ ਵੀਰ ਹੈ, ਦੇਖੋ ਉਹਦੇ ਨਾਲ ਕੋਈ ਪਰਿਵਾਰਕ ਨਹੀਂ, ਕੋਈ ਨਿੱਜੀ ਸਾਡੀ ਉਹ ਨਹੀਂ ਹੈਗਾ ਵੀ ਅਸੀਂ ਉਸ ਬੰਦੇ ਦੀ ਮਦਦ ਕਰ ਰਹੇ ਹਾਂ ਜੋ ਕਿ ਸਾਡਾ ਲਾਹ ਹੈ। ਇਹ ਅੱਜ ਵੀਰ ਜਿਹੜੇ ਆ ਆਪਦੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਅੱਜ ਇੱਕ ਸੋਚ ਨੂੰ ਪਿਆਰ ਕਰ ਰਹੇ। ਔਰ ਸਾਡਾ ਫਰਜ਼ ਬਣਦਾ ਸਾਰੇ ਵੀਰਾਂ ਦਾ, ਵੇਖੋ ਜਿੱਥੇ ਹੀ ਇਹ ਜ਼ੁਲਮ ਹੋਵੇ, ਅੱਜ ਵੇਖੋ ਇਹ ਸਾਡੇ ਬੱਚਿਆਂ ਦਾ ਫਿਊਚਰ ਖਰਾਬ ਹੋ ਰਿਹਾ ਹੈ। ਉਸ ਕਰਕੇ ਸਾਡੇ ਹੀ ਸਾਰੇ ਵੀਰ ਜਿਹੜੇ ਅੱਗੇ ਤੋਂ ਨੌਜਵਾਨ ਵੀਰ ਹੈ, ਜੋ ਇਹਨਾਂ ਗੱਲਾਂ ਤੋਂ ਛੱਡ ਕੇ ਅੱਗੇ ਆ ਕੇ ਇਹਨਾਂ ਵੀਰ ਦਾ ਜਿਹੜਾ ਸਹਿਯੋਗ ਕਰੀਏ। ਔਰ ਦੂਸਰਾ ਮੈਂ ਬੇਨਤੀ ਕਰਾਂਗਾ ਸੰਯੁਕਤ ਮੋਰਚੇ ਨੂੰ, ਦੇਖੋ ਜੋ ਆਗੂ ਸਿਆਣਾ ਉਹੀ ਹੁੰਦਾ ਜੋ ਆਪਦੇ ਪਰਿਵਾਰ ਨੂੰ ਨਾਲ ਇਕੱਠਾ ਲੈ ਕੇ ਚੱਲੇ। ਅੱਜ ਸਰਕਾਰਾਂ ਖੇਡ ਰਹੀਆਂ, ਦੇਖੋ ਸਾਡੇ ਨੌਜਵਾਨਾਂ ਨੂੰ, ਬਜ਼ੁਰਗਾਂ ਦੇ ਵਿੱਚ ਉਹਨਾਂ ਨੇ ਪਾੜ ਪਾ ਦਿੱਤਾ। ਪਾੜ ਕਿਉਂ ਪਾ ਰਿਹਾ? ਜੋ ਆਪਣੇ ਮਰਾਣਾ ਸਾਹਿਬ, ਉਹਦੇ ਵਿੱਚ ਗਲਤੀ ਸਾਡੀ ਹੈ। ਦੇਖੋ, ਜਦੋਂ ਅਸੀਂ ਕਿਸੇ ਨੂੰ ਮੌਕਾ ਦੇਵਾਂਗੇ ਨਾ ਤਾਂ ਉਹ ਜ਼ਰੂਰ ਸਾਡੇ ਨਾਲ ਖੇਡੇਗਾ। ਅੱਜ ਦੇਖੋ ਅਸੀਂ ਉੱਥੇ ਗਏ ਹਾਂ, ਦੇਖੋ 26 ਦਾ ਜਿਹੜਾ ਐਲਾਨ ਸੀ ਉਹ ਸੰਯੁਕਤ ਮੋਰਚੇ ਦਾ ਸੀ। ਉਸ ਦਾ ਜੋ ਵੀ ਬੈਨੀਫਿਟ ਜਾਂ ਨੈਗੇਟਿਵ ਜਾਂ ਪੋਜ਼ਿਟਿਵ ਸੀ ਉਹ ਉਹਨਾਂ ਨੂੰ ਲੈਣਾ ਚਾਹੀਦਾ ਸੀ। ਦੇਖੋ ਅਸੀਂ ਵੀ ਗਏ ਉਸ ਦੇ ਵਿੱਚ, ਸਾਨੂੰ ਕੋਈ ਪਤਾ ਨਹੀਂ ਮਰਾਣਾ ਸਾਹਿਬ। ਜਦੋਂ ਅਸੀਂ ਪਹੁੰਚੇ, ਅਸੀਂ ਇੱਕ ਆਪਣੇ ਟਰਾਲੀ ਦੇ ਵਿੱਚ ਬੈਠੇ ਸੀ। ਅਸੀਂ ਤਾਂ ਉੱਥੇ ਜਦੋਂ ਪਤਾ ਲੱਗਿਆ, ਜਦੋਂ ਅਸੀਂ ਲਾਲ ਕਿਲੇ ਦੇ ਕੋਲ ਪਹੁੰਚ ਗਏ, ਜਦੋਂ ਕਿ ਟਰਾਲੀ ਦੇ ਵਿੱਚ ਤੰਬੂ ਲੱਗਿਆ ਸੀ, ਪੈਦਲ ਅਸੀਂ ਜਾ ਰਹੇ ਸੀ, ਟਰਾਲੀ 'ਚ ਬੈਠ ਗਏ। ਹੁਣ ਦੇਖੋ ਜੀ, ਉੱਥੇ ਕੋਈ ਸਾਡੇ ਨਾਲ ਹੋ ਜਾਂਦਾ ਤੇ ਕਹਿ ਦਿੰਦਾ ਜੇ ਦੇਖੋ ਉੱਥੇ ਦਿੱਲੀ ਬਾਰੇ ਕਿਹਨੂੰ ਪਤਾ ਸੀ। ਜੇ ਲੋਕ ਆਮ ਬਾਰੇ ਰੋਸ ਕਰਕੇ ਗਏ ਨਾ, ਸਾਡੇ ਆਗੂਆਂ ਨੂੰ ਫਰਜ਼ ਬਣਦਾ ਸੀ ਉਹਦੀ ਬਾਂਹ ਫੜਨ ਦਾ, ਨਾ ਕਿ ਜੇ ਤੁਸੀਂ ਕੋਈ ਗਲਤ ਭਾਣਾ ਉੱਥੇ ਕੋਈ ਨਿੱਕੀ ਗੱਲ ਹੁੰਦੀ ਤਾਂ ਤੁਸੀਂ ਇਹ ਕਹਿ ਦਿਓ ਸਾਡੇ ਬੰਦੇ ਹੀ ਨਹੀਂ। ਇਹ ਕੋਈ ਚੰਗੀ ਗੱਲ ਨਹੀਂ। ਅੱਜ ਵੀ ਇਹ ਸਾਨੂੰ ਸੋਚਣ ਦੀ ਲੋੜ ਹੈ, ਜਿੱਥੇ ਕਿ ਵੇਖੋ ਸਾਡੇ ਵੀਰ ਲੱਖਾ ਸਿਧਾਣਾ ਜਾਂ ਦੀਪ ਸਿੱਧੂ ਦਾ ਯਾਰ ਅੱਜ ਵੀ ਉਹ ਸੱਦੇ ਚੱਲ ਰਹੇ ਔਰ ਕਹਿ ਰਹੇ ਵੀ ਅਸੀਂ ਇਕੱਠੇ ਰਹੀਏ। ਔਰ ਜੋ ਸਾਡੇ ਆਗੂ ਨੇ ਅੱਜ ਵੀ ਉਹ ਵਿਤਕਰੇ ਦੀ ਗੱਲ ਕਰ ਰਹੇ ਆ ਤੇ ਸਾਨੂੰ ਸ਼ੋਭਾ ਨਹੀਂ ਦਿੰਦਾ। ਅੱਜ ਵੀ ਉਹਨਾਂ ਆਗੂਆਂ ਨੂੰ ਦੇਖੋ, ਜੇ ਤੁਸੀਂ ਅੱਜ ਤੁਹਾਨੂੰ ਇੱਜ਼ਤ ਮਿਲੀ ਹੈ ਨਾ ਤੇ ਉਹ ਲੋਕ ਤੁਹਾਨੂੰ ਪਿਆਰ ਕਰਦੇ। ਤੇ ਦੇਖੋ, ਜੇ ਤੁਸੀਂ ਜਿੱਤ ਕੇ ਆਉਣੀ ਤਾਂ ਤੁਹਾਡੇ ਇੱਜ਼ਤ ਬੰਨੀ ਹੈ, ਜੇ ਤੁਸੀਂ ਹਾਰ ਕੇ ਆਉਣੇ ਹੋ ਤੇ ਤੁਹਾਨੂੰ ਇੱਥੇ ਪੰਜਾਬ ਵਿੱਚ ਲੋਕਾਂ ਨੇ ਵੜ ਨਹੀਂ ਦੇਣਾ। ਭਾਈ ਸਾਹਿਬ, ਅਚਾਨਕ ਸ਼ਬਦਾਂ ਦੇ ਵਿੱਚ ਜਿਵੇਂ ਅੱਜ ਦੀਪ ਸਿੱਧੂ ਦੀ ਰਿਹਾਈ ਇਕੱਲੀ ਜ਼ਮਾਨਤ ਨੂੰ ਲੈ ਕੇ ਹੀ ਸਰਕਾਰ ਵੱਲੋਂ ਕਈ ਦਾਅ ਪੇਚ ਖੇਡੇ ਜਾ ਰਹੇ ਨੇ, ਤੇ ਇਹੋ ਜਿਹੇ ਮਾਹੌਲ ਦੇ ਵਿੱਚ ਇਨਸਾਫ ਦੀ ਕਿੰਨੀ ਕੁ ਤੁਸੀਂ ਉਮੀਦ ਕਰਦੇ ਹੋ ਕਿ ਇਨਸਾਫ ਮਿਲ ਸਕਦਾ? ਦੇਖੋ ਮਰਾਣਾ ਸਾਹਿਬ, ਮੈਂ ਤਾਂ ਇੱਕ ਗੱਲ ਕਰਾਂਗਾ ਵੀ
ਵੇਖੋ ਸਰਕਾਰਾਂ ਆਪਦੀਆਂ ਕੰਮ ਕਰ ਰਹੀਆਂ ਪਰ ਉਹ ਵੀਰ ਅੱਜ ਅੰਦਰ ਬੈਠਾ ਵੀ ਆਪਣਾ ਕੰਮ ਕਰ ਰਿਹਾ ਹੈ। ਦੇਖੋ ਉਸ ਦੀ ਤੁਸੀਂ ਜਿੰਨੀਆਂ ਵੀ ਇੰਟਰਵਿਊ ਸੁਣੋਗੇ ਨਾ ਤਾਂ ਉਸਨੇ ਇੱਕ ਗੱਲ ਕੀਤੀ ਵੀ ਮੈਂ ਇੱਕ ਆਪਣੇ ਵੀਰਾਂ ਦੇ ਅੰਦਰ ਇੱਕ ਆਪਣੇ ਹੱਕਾਂ ਦੀ ਗੱਲ ਕਰਨਾ ਚਾਹਣਾ, ਪਰ ਅੱਜ ਉਹ ਆਪਦਾ ਤਸੱਦਰ ਢਾ ਰਹੇ ਪਰ ਉਹ ਅੰਦਰ ਬੈਠਾ ਵੀ ਉਹ ਕੰਮ ਕਰ ਰਿਹਾ। ਦੇਖੋ ਅੱਜ ਤੁਸੀਂ ਦੇਖੋ, ਤੁਸੀਂ ਚੈਨਲਾਂ ਤੇ ਦੇਖੋ, ਸੋਸ਼ਲ ਮੀਡੀਆ ਤੇ ਦੇਖੋ, ਅੱਜ ਵੀ ਉਸ ਵੀਰ ਦੀ ਗੱਲ ਹੋ ਰਹੀ ਕਿਉਂਕਿ ਪਤਾ ਵੀ ਸੱਚ ਨੂੰ ਦਬਾਇਆ ਜਾ, ਪਰ ਅੱਜ ਤੱਕ ਤੁਸੀਂ ਇਸ ਚੀਜ਼ ਨੂੰ ਦੇਖੋ ਵੀ ਸੱਚ ਕਦੀ ਦਬਿਆ ਨਹੀਂ ਔਰ ਉਸ ਚੀਜ਼ ਨੂੰ ਜਿੰਨੀਆਂ ਵੀ ਸੱਟਾਂ ਵੱਧ ਮਾਰੋਗੇ ਉਹ ਉਨੀ ਹੀ ਕਠੋਰ ਹੋਏਗੀ, ਉਨੀ ਹੀ ਸਾਡੇ ਦਿਲਾਂ ਦੇ ਵਿੱਚ ਵੱਧ ਉਹਦਾ ਮਾਣ ਸਨਮਾਨ ਹੋਏਗਾ। ਮਹਾਰਾਣਾ ਸਾਹਿਬ ਕੁਛ ਨਹੀਂ ਹੁੰਦਾ ਉਹ ਵੀਰ ਨੂੰ, ਅਕਾਲ ਪੁਰਖ ਨੂੰ ਅੱਜ ਵੀ ਅਸੀਂ ਅਰਦਾਸ ਬੇਨਤੀ ਕੀਤੀ ਹੈ ਔਰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਵੀਰ ਨੂੰ। ਇਹ ਅੱਜ ਵੀ ਅਸੀਂ ਉਹਦੇ ਨਾਲ ਖੜੇ ਹਾਂ ਤੇ ਕੱਲ੍ਹ ਵੀ ਨਾਲ ਖੜੇ ਹਾਂ ਔਰ ਅਸੀਂ ਉਮੀਦ ਕਰਦੇ ਹਾਂ ਆਪਦੇ ਚਲੋ ਠੀਕ ਹੈ ਜਿੱਥੇ ਤੇ ਸਰਕਾਰਾਂ ਤਾਂ ਕਰ ਰਹੀਆਂ, ਚਲੋ ਜੁਡੀਸ਼ੀਅਲ ਦੇ ਅੱਗੇ ਵੀ ਸਾਨੂੰ ਮਾਨਯੋਗ ਅਦਾਲਤ ਨੇ ਜਿਹੜਾ ਵੀਰ ਨੂੰ ਜ਼ਮਾਨਤ ਦਿੱਤੀ ਹੈ, ਅਸੀਂ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਵੀ ਉਹਨੂੰ ਇਸ ਕੇਸ ਦੇ ਵਿੱਚ ਵੀ ਜ਼ਮਾਨਤ ਮਿਲੇਗੀ ਔਰ ਜਿਹੜਾ ਵੀਰ ਜਦੋਂ ਵੀ ਆਏਗਾ ਅਸੀਂ ਉਸ ਵੀਰ ਦਾ ਮਾਣ ਸਨਮਾਨ ਕਰਾਂਗੇ ਔਰ ਉਸ ਦਾ ਸਾਥ ਦੇਵਾਂਗੇ। ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ ਸਾਰੀ ਗੱਲਬਾਤ ਤੁਸੀਂ ਸੁਣ ਚੁੱਕੇ ਹੋ। ਜਿਵੇਂ ਆਪਾਂ ਦੇਖਿਆ ਕਿ ਜਿਹੜੇ ਇੱਥੇ ਨੌਜਵਾਨ ਆਗੂ ਸਨ, ਇਹਨਾਂ ਦੇ ਵਿੱਚ ਇੱਕ ਗੁੱਸਾ ਤੇ ਨਾਲ ਨਾਲ ਨਿਰਾਸ਼ਾ ਜਿਹੜੀ ਆ ਉਹ ਵੀ ਨਜ਼ਰ ਆ ਰਹੀ ਆ ਕਿ ਕਿਵੇਂ ਸਰਕਾਰ ਵੱਲੋਂ ਇੱਕ ਦਾਅ ਪੇਚ ਖੇਡ ਕੇ ਪਹਿਲਾਂ ਤੇ ਨੌਜਵਾਨ ਨੂੰ ਬਾਹਰ ਆਉਣ ਲਈ ਕਿਹਾ ਜਾਂਦਾ ਵਾ ਕਿ ਉਹਦੀ ਜ਼ਮਾਨਤ ਹੋ ਜਾਏਗੀ, ਦੁਬਾਰਾ ਫਿਰ ਉਹਨੂੰ ਐਨ ਮੌਕੇ ਦੇ ਉੱਤੇ ਇੱਕ ਹੋਰ ਕੇਸ ਦੇ ਵਿੱਚ ਫਸਾ ਲਿਆ ਜਾਂਦਾ। ਜਿਵੇਂ ਕਿ ਪੁਰਾਣੇ ਸਮੇਂ ਦੇ ਵਿੱਚ ਖਾੜਕੂਵਾਦ ਦੇ ਦੌਰਾਨ ਇਹੋ ਜਿਹੀਆਂ ਗੱਲਾਂ ਸੁਣਨ ਦੇ ਵਿੱਚ ਆਉਂਦੀਆਂ ਸਨ ਕਿ ਜਦੋਂ ਕੋਈ ਕਿਸੇ ਨੌਜਵਾਨ ਦੀ ਰਿਹਾਈ ਹੁੰਦੀ ਸੀ, ਜ਼ਮਾਨਤ ਹੁੰਦੀ ਸੀ ਤਾਂ ਐਨ ਮੌਕੇ ਦੇ ਉੱਤੇ ਹੀ ਉਹਨੂੰ ਕਿਸੇ ਦੂਸਰੇ ਕੇਸ ਦੇ ਵਿੱਚ ਫਸਾ ਲਿਆ ਜਾਂਦਾ ਸੀ। ਇਹ ਵੀ ਉਸੇ ਤਰ੍ਹਾਂ ਹੀ ਲੱਗਦਾ ਵਾ। ਅੱਗੇ ਜਿਹੜੀ ਦੀਪ ਸਿੱਧੂ ਦੀ ਜ਼ਮਾਨਤ ਵਾ, ਉਹਦੀ ਰਿਹਾਈ ਆ, ਉਹਦਾ ਕੀ ਬਣਦਾ ਉਹ ਸਾਰਾ ਕੁਝ ਤਾਂ ਭਵਿੱਖ ਦੇ ਗਰਭ ਦੇ ਵਿੱਚ ਆ, ਪਰ ਜੋ ਕੁਝ ਵੀ ਅੱਜ ਵਾਪਰਿਆ ਇਹਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਕਾਫੀ ਨਿਰਾਸ਼ਤਾ ਵੇਖਣ ਨੂੰ ਮਿਲ ਰਹੀ ਆ। ਤਪਦਾ ਸਾਂਝ ਨਿਊਜ਼ ਤੋਂ ਰਿਪੋਰਟਿੰਗ ਕਮਲਜੀਤ ਸਿੰਘ, ਮਰਹਾਣਾ।